ਅੱਜ ਤੋਂ 36 ਸਾਲ ਪਹਿਲਾਂ ਸਾਕਾ ਨੀਲਾ ਤਾਰਾ ਹੋਇਆ ਸੀ, ਯਾਨੀ ਆਪਰੇਸ਼ਨ ਬਲੂ ਸਟਾਰ ਹੋਇਆ ਸੀ। ਲੇਕਿਨ 36 ਸਾਲ ਬਾਅਦ ਵੀ ਇਸ ਆਪਰੇਸ਼ਨ ਬਲੂ ਸਟਾਰ ਦੇ ਜਿਹੜੇ ਜ਼ਖਮ ਹੈ ਸਿੱਖ ਕੌਮ ਦੇ ਵਿੱਚ ਹਜੇ ਵੀ ਹਰੇ ਨੇ, ਕਿਉਂਕਿ ਜੂਨ ਮਹੀਨੇ ਦੇ ਵਿੱਚ ਜਿਸ ਢੰਗ ਦੇ ਨਾਲ ਬਲੂ ਸਟਾਰ ਆਪਰੇਸ਼ਨ ਕੀਤਾ ਗਿਆ ਔਰ ਹਰ ਸਾਲ ਇਸ ਦੀ ਬਰਸੀ ਵੀ ਜੂਨ ਮਹੀਨੇ ਦੇ ਵਿੱਚ ਮਨਾਈ ਜਾਂਦੀ ਹੈ ਔਰ ਇਸ ਬਰਸੀ ਦੇ ਉੱਪਰ ਸਿੱਧੇ ਤੌਰ 'ਤੇ ਉਹ ਜ਼ਖਮ ਜਿਹੜੇ ਨੇ ਹੋਰ ਜ਼ਿਆਦਾ ਹਰੇ ਹੋ ਜਾਂਦੇ ਨੇ। ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਗਰ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇੱਕ ਬਿਆਨ ਦੀ ਗੱਲ ਕਰੀਏ, ਉਸ ਨੂੰ ਲੈ ਕੇ ਵੱਡਾ ਵਿਵਾਦ ਹੁੰਦਾ ਹੋਇਆ ਨਜ਼ਰ ਆਇਆ ਸੀ। ਕੀ ਪੂਰਾ ਬਿਆਨ ਸੀ ਇਹ ਤੁਸੀਂ ਵੀ ਦੇਖਿਆ ਹੈ ਔਰ ਕਿਤੇ ਨਾ ਕਿਤੇ ਇਸੀ ਬਿਆਨ ਦੇ ਉੱਪਰ ਹੁਣ ਸੁਖਪਾਲ ਸਿੰਘ ਖਹਿਰਾ ਆਪਣੇ ਢੰਗ ਦੇ ਨਾਲ ਇੱਕ ਸਪਸ਼ਟੀਕਰਨ ਦਿੰਦੇ ਨਜ਼ਰ ਆ ਰਹੇ ਨੇ। ਕੀ ਸਪਸ਼ਟੀਕਰਨ ਹੈ ਇਹਨਾਂ ਤੋਂ ਹੀ ਪੁੱਛਦੇ ਹਾਂ। ਖਹਿਰਾ ਸਾਹਿਬ, ਸਾਕਾ ਨੀਲਾ ਤਾਰਾ ਦੇ ਜ਼ਖਮ ਹਜੇ ਵੀ ਹਰੇ ਦੇ ਹਰੇ ਨੇ, ਕਦੇ ਉਸ ਵਾਕਿਆ ਨੂੰ ਭੁਲਾਇਆ ਨਹੀਂ ਜਾ ਸਕਦਾ। ਅਤੇ ਜਿਹੜਾ ਹੁਣ ਇੱਕ ਨਵਾਂ ਬਿਆਨ ਆਇਆ ਜਿਹਦੇ ਵਿੱਚ ਖਾਲਿਸਤਾਨ ਦਾ ਜ਼ਿਕਰ ਹੋਇਆ ਔਰ ਇਹ ਕਿਹਾ ਗਿਆ ਕਿ ਕੇਂਦਰ ਦੀ ਸਰਕਾਰ ਜੇਕਰ ਸਾਨੂੰ ਦਿੰਦੀ ਹੈ ਤਾਂ ਆਪਾਂ ਉਸ 'ਚ ਰਹਿ ਸਕਦੇ ਹਾਂ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਉਸ ਨੂੰ ਲੈ ਕੇ ਵਿਵਾਦ ਹੁੰਦਾ ਨਜ਼ਰ ਆ ਰਿਹਾ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਭ ਤੋਂ ਪਹਿਲਾਂ ਉਸ ਬਿਆਨ ਨੂੰ ਔਰ ਉਸ ਤੋਂ ਬਾਅਦ ਜਿਹੜਾ ਵਿਵਾਦ ਹੋਇਆ ਉਸ ਨੂੰ? ਦੇਖੋ, ਮੈਂ ਸ਼ੁਰੂਆਤ 'ਚ ਕਹਿਣਾ ਚਾਹੁੰਦਾ ਵਾਂ ਕਿ ਮੈਂ ਕੋਈ ਖਾਲਿਸਤਾਨ ਦਾ ਸਮਰਥਕ ਨਹੀਂ ਗਾ, ਪਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੀ ਦਲੀਲ ਦਿੱਤੀ ਨਾ ਉਸ ਬਿਆਨ ਦੇ ਨੂੰ ਦਿੰਦਿਆਂ ਹੋਇਆਂ, ਉਹ ਦਲੀਲ ਬਹੁਤ ਵਾਜਬ ਆ। ਉਹਨਾਂ ਨੇ ਇੱਕ ਪੂਰੀ ਦਾਸਤਾਨ ਗਣਾਈ ਆ ਕਿ ਇਹ ਇਸ ਤਰ੍ਹਾਂ ਦੀਆਂ ਮੰਗਾਂ ਜਿਹੜੀਆਂ ਕੋਈ ਇੰਡੀਪੈਂਡੈਂਟ ਸਟੇਟ ਮੰਗ ਰਹੇ ਜਾਂ ਈਵਨ 2020 ਨੂੰ ਵੀ ਐਡ ਕਰ ਲਓ, ਇਹਦੀ ਨੌਬਤ ਕਿਉਂ ਆ ਰਹੀ ਆ। ਉਹਨਾਂ ਨੇ ਕਿਹਾ ਕਿ ਇਹ ਇਸ ਲਈ ਆ ਰਹੀ ਆ ਕਿਉਂਕਿ ਅਰਸੇ ਤੋਂ ਪੰਜਾਬ ਅਤੇ ਸਿੱਖਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਵਾ ਗਵਰਨਮੈਂਟ ਆਫ ਇੰਡੀਆ ਵੱਲੋਂ, ਭਾਰਤ ਦੀ ਸਟੇਟ ਵੱਲੋਂ। ਔਰ ਉਹਨਾਂ ਨੇ ਪਿਛੋਕੜ ਵਿੱਚ ਇਹ ਗਿਣਾਇਆ ਕਿ ਦੇਖੋ, ਸਭ ਤੋਂ ਵੱਡਾ ਨੁਕਸਾਨ ਅਤੇ ਖਮਿਆਜ਼ਾ ਪੰਜਾਬੀਆਂ ਅਤੇ ਸਿੱਖਾਂ ਨੇ ਬਟਵਾਰੇ ਵੇਲੇ, ਪਾਕਿਸਤਾਨ ਅਤੇ ਹਿੰਦੁਸਤਾਨ ਦੇ ਬਟਵਾਰੇ ਵਿੱਚ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ। ਜਾਇਦਾਦਾਂ ਖੁੱਸ ਗਈਆਂ, ਮਾਲੀ ਜਾਨੀ ਨੁਕਸਾਨ ਹੋਇਆ, ਪਰ ਸਿੱਖਾਂ ਨੇ, ਪਾਕਿਸਤਾਨ 'ਚ ਰਹਿੰਦੇ ਸਿੱਖਾਂ ਨੇ ਤਰਜੀਹ ਜਿਹੜੀ ਸੀਗੀ ਉਹ ਭਾਰਤ ਨੂੰ ਦਿੱਤੀ, ਇੱਥੇ ਆ ਗਏ। ਔਰ ਉਸ ਤੋਂ ਪਹਿਲਾਂ ਜਿਹੜੇ ਅੰਗਰੇਜ਼ਾਂ ਦੇ ਨਾਲ ਜਿਹੜੀ ਲੜਾਈ ਹੋਈ ਆ ਇੰਡੀਪੈਂਡੈਂਸ ਦੀ, ਉਹਦੇ 'ਚ ਸਭ ਤੋਂ ਵੱਡੀਆਂ ਕੁਰਬਾਨੀਆਂ ਉਹ ਫਿਰ ਬਹਾਦਰ ਪੰਜਾਬੀਆਂ ਅਤੇ ਸਿੱਖਾਂ ਦੇ ਹਿੱਸੇ ਆਈਆਂ। ਸਭ ਤੋਂ ਜ਼ਿਆਦਾ ਫਾਂਸੀਆਂ, ਸਭ ਤੋਂ ਜ਼ਿਆਦਾ ਕਾਲੇ ਪਾਣੀ ਦੀਆਂ ਕੈਦਾਂ, ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਵਰਗੀਆਂ ਦੀਆਂ ਸ਼ਹਾਦਤਾਂ। ਔਰ ਇੰਨਾ ਕੁਛ ਕਰਨ ਤੋਂ ਬਾਅਦ ਜਦੋਂ ਇੰਡੀਪੈਂਡੈਂਟ ਇੰਡੀਆ ਬਣਦਾ ਵਾ, ਉਸ ਇੰਡੀਪੈਂਡੈਂਟ ਆਜ਼ਾਦ ਭਾਰਤ ਦੇ ਵਿੱਚ ਸਾਰੇ ਜਿਹੜੇ ਸੂਬੇ ਸੀਗੇ ਉਹ ਭਾਸ਼ਾ ਦੇ ਆਧਾਰ ਦੇ ਉੱਤੇ ਬਣਾ ਦਿੱਤੇ ਗਏ, ਚਾਹੇ ਉਹ ਕਰਨਾਟਕਾ ਸੀ, ਆਂਧਰਾ ਪ੍ਰਦੇਸ਼ ਸੀ, ਤਾਮਿਲਨਾਡੂ ਸੀ। ਪੰਜਾਬ ਨੂੰ ਇਹ ਜਿਹੜਾ ਭਾਸ਼ਾ ਦਾ ਸੂਬਾ ਸੀਗਾ ਇਹ ਨਹੀਂ ਦਿੱਤਾ ਗਿਆ। ਪੰਜਾਬੀਆਂ ਨੂੰ, ਸਿੱਖਾਂ ਨੂੰ ਫਿਰ ਮੋਰਚੇ ਲਾਉਣੇ ਪਏ, ਫਿਰ ਕੁਰਬਾਨੀਆਂ ਦੇਣੀਆਂ ਪਈਆਂ। ਔਰ ਜਿਹੜਾ ਸੂਬਾ ਦਿੱਤਾ 1966 ਵਿੱਚ, ਉਹ ਲੰਗੜਾ ਸੂਬਾ ਦਿੱਤਾ। ਸਾਡੀ ਰਾਜਧਾਨੀ ਖੋਲ੍ਹੀ ਚੰਡੀਗੜ੍ਹ ਦੀ। ਜਿਹੜਾ ਹਰਿਆਣਾ ਕੋਈ ਸੂਬਾ ਨਹੀਂ ਸੀ ਮੰਗਦਾ, ਉਹ ਸੂਬਾ ਵੀ ਬਣ ਗਿਆ, ਉਹ ਰਾਜਧਾਨੀ ਵੀ ਲੈ ਗਿਆ। ਹਿਮਾਚਲ ਸੂਬਾ ਨਹੀਂ ਸੀ ਮੰਗਦਾ, ਉਹਨਾਂ ਨੂੰ ਸ਼ਿਮਲਾ ਰਾਜਧਾਨੀ ਵੀ ਮਿਲ ਗਈ। ਇਹ ਇੱਕ ਬਹੁਤ ਵੱਡਾ ਵਿਤਕਰਾ ਸੀਗਾ। ਔਰ ਉਸ ਤੋਂ ਬਾਅਦ ਫਿਰ ਜਿਹੜਾ ਦਰਬਾਰ ਸਾਹਿਬ 'ਤੇ ਹਮਲੇ ਦੀ ਗੱਲ ਤੁਸੀਂ ਕੀਤੀ ਆ, ਇਹ ਦੇਖੋ ਨਾ ਕਿ ਇੱਕ ਸਾਰੀ ਦੁਨੀਆ ਨੂੰ ਪਤਾ ਸੀਗਾ ਕਿ ਉਸ ਵਕਤ ਉਹ ਸ਼ਹੀਦੀ ਦਿਨ ਸੀਗੇ ਔਰ ਉਹਨਾਂ ਦਿਨਾਂ ਵਿੱਚ ਹਰ ਕਿਸਮ ਦੇ ਔਰਤਾਂ, ਬੱਚੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਸੀਗੇ। ਉਹ ਜਿਹੜਾ ਐਕਸੈਸਿਵ ਯੂਜ਼ ਆਫ ਫੋਰਸ ਹੋਈ ਆ, ਬਹੁਤ ਤੋਪਾਂ ਟੈਂਕਾਂ ਚੜ੍ਹਾ ਕੇ ਉਹ ਜਿਹੜਾ ਹੋਇਆ ਵਾ, ਉਹ ਨਾ ਭੁੱਲਣਯੋਗ ਇੱਕ ਕਾਰਾ ਸੀਗਾ। ਔਰ ਉਸ ਤੋਂ ਬਾਅਦ ਉਸੇ ਵਰ੍ਹੇ 'ਚ ਹੀ 1984 ਦੇ ਨਵੰਬਰ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਸਿੱਖ ਕਤਲੇਆਮ ਹੋਇਆ। ਇੰਨਾ ਕੁਛ ਜਿਹੜਾ ਇਹ ਇੱਕ ਦਾਸਤਾਨ ਲੰਬੀ ਵਿਤਕਰੇ ਦੀ ਸੀਗੀ, ਇਹ ਜਨਮ ਦਿੰਦਾ ਇਸ ਤਰ੍ਹਾਂ ਦੀ। ਸਾਡਾ ਇਹ ਮੰਨਣਾ, ਮੈਂ ਗਿਆਨੀ ਦੇ ਉਸ ਬਿਆਨ ਦੀ ਇਸ ਲਈ ਪ੍ਰੋੜਤਾ ਕਰਦਾ ਕਿ ਗਵਰਨਮੈਂਟ ਆਫ ਇੰਡੀਆ ਨੂੰ, ਸਟੇਟ ਨੂੰ ਨਿਗਾਹ ਮਾਰਨੀ ਚਾਹੀਦੀ ਆ ਕਿ ਇਹ ਨੌਬਤ ਕਿਉਂ ਆ ਰਹੀ ਆ। ਜਿਹੜੀ ਕੌਮ, ਜਿਹੜੇ ਪੰਜਾਬੀ ਏਡੇ ਬਹਾਦਰ ਆ ਕਿ ਉਹ ਦੇਸ਼ ਦੀ ਫੌਜ ਵਿੱਚ ਵੀ ਸਭ ਤੋਂ ਮੂਹਰੇ ਆਣ ਕੇ ਲੜਦੇ ਨੇ, ਵਿੱਚ ਹੀ ਪਾਕਿਸਤਾਨ ਦਾ ਯੁੱਧ, ਵਿੱਚ ਹੀ ਚੀਨ ਦਾ ਯੁੱਧ, ਵਿੱਚ ਹੀ ਕਾਰਗਿਲ ਦਾ। ਉਹ ਦੇਸ਼ ਦੀਆਂ ਸਰਹੱਦਾਂ 'ਤੇ ਤਾਂ ਲੜਦੇ ਆ, ਉਹ ਖੇਡਾਂ 'ਚ ਵੀ ਦੇਸ਼ ਦਾ ਨਾਮ ਬਣਾਉਂਦੇ ਨੇ। ਮਿਲਖਾ ਸਿੰਘ ਵਰਗੇ, ਈਵਨ ਪ੍ਰਗਟ ਸਿੰਘ ਆਪਣੇ, ਇਹ ਜਦੋਂ ਓਲੰਪਿਕਸ ਦਾ ਝੰਡਾ ਝੂਲਦਾ ਵਾ, ਉਹਦੇ 'ਚ ਭਾਰਤ ਦੀ ਸ਼ਾਨ ਬਣਦੀ ਹੈ ਨਾ। ਸੋ ਕਿਹੜੇ ਖੇਮੇ ਵਿੱਚ, ਔਰ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਇਸ ਦੇਸ਼ ਦਾ ਅਨਾਜ ਦਾ ਢਿੱਡ ਭਰਿਆ, ਅਤੇ ਫਿਰ ਇਹਨਾਂ ਲੋਕਾਂ ਦੇ ਨਾਲ ਵਿਤਕਰਾ ਕਿਉਂ ਹੋ ਰਿਹਾ ਵਾ? ਇੱਥੋਂ ਜਨਮ ਲੈਂਦੀਆਂ ਹੈ ਇਹ ਗੱਲਾਂ। ਔਰ ਮੈਂ ਸਮਝਦਾ ਵਾਂ ਕਿ ਸਟੇਟ ਨੂੰ, ਗਵਰਨਮੈਂਟ ਆਫ ਇੰਡੀਆ ਨੂੰ ਨਜ਼ਰਸਾਨੀ ਕਰਕੇ ਜਿੱਥੇ ਜਿੱਥੇ ਬੇਇਨਸਾਫੀ ਹੋਈ ਆ ਉੱਥੇ ਹੱਕ ਰੱਸੀ ਕਰਨ। ਨੰਬਰ 1। ਨੰਬਰ 2, ਜਿਹੜਾ ਮੈਂ ਸਮਝਦਾ ਕਿ ਖਾਲਿਸਤਾਨ ਦੇ ਸ਼ਬਦ 'ਤੇ ਬਹੁਤ ਇੱਕ ਟਿੱਪਣੀ ਹੋ ਜੇ ਤੇ ਬਹੁਤ ਵਿਵਾਦ ਉੱਠਦਾ। ਹਾਲਾਂਕਿ ਉਹ ਪੱਤਰਕਾਰ ਨੇ 3 ਵਾਰ ਪੁੱਛਿਆ ਕਿ ਤੁਸੀਂ ਖਾਲਿਸਤਾਨ ਦੇ ਹਮੈਤੀ ਹੋ, ਤੁਸੀਂ ਖਾਲਿਸਤਾਨ ਚਾਹੁੰਦੇ ਹੋ? ਉਹਨੇ ਕਿਹਾ ਜੀ ਜੇ ਮਿਲਦਾ ਤਾਂ ਲੈ ਲਾਂਗੇ। ਜਦ ਇਹਦੇ ਮੁਕਾਬਲੇ 'ਤੇ
ਬੀਜੇਪੀ VHP ਤੇ RSS ਦੇ ਲੀਡਰ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਕੀ ਉਹ ਵੱਖਵਾਦੀ ਬਿਆਨ ਨਹੀਂ ਹੁੰਦਾ? ਜੇ ਖਾਲਿਸਤਾਨ ਵੱਖਵਾਦੀ ਆ ਤੇ ਹਿੰਦੂ ਰਾਸ਼ਟਰ ਮੰਗਣਾ ਕਿ ਇਹ ਵੱਖਵਾਦੀ ਨਹੀਂਗਾ? ਕਿਉਂਕਿ ਭਾਰਤ ਦੇਸ਼ ਬਹੁਤ ਸਾਰੀਆਂ ਕੌਮਾਂ, ਬਹੁਤ ਸਾਰੇ ਧਰਮਾਂ ਦਾ ਸੁਮੇਲ ਹੈ। ਇਸ ਲਈ ਜੋ ਕੁਝ ਹੋ ਰਿਹਾ ਇਹਦੇ ਮਾੜੇ ਜਿਹੜੀ ਗੱਲ ਹੈਗੀ ਆ, ਸਿਰਫ ਸਿੱਖਾਂ ਨੂੰ ਸਿੰਗਲ ਆਊਟ ਕਰਕੇ ਅੱਤਵਾਦੀ ਗਰਦਾਨ ਦੇਣਾ। ਜੇ ਸਿੱਖਾਂ ਦੇ ਮਿਲੀਟੈਂਸੀ ਦੇ ਦੌਰਾਨ ਨੌਜਵਾਨਾਂ ਨੇ ਹਥਿਆਰ ਚੱਕੇ, ਮੈਂ ਵਾਇਲੈਂਸ ਨੂੰ ਸਪੋਰਟ ਨਹੀਂ ਕਰਦਾ, ਪਰ ਜਿਹੜਾ ਸਟੇਟ ਨੇ ਟੈਰਰਿਜ਼ਮ ਇਨਫਲਿਕਟ ਕੀਤਾ, ਜੋ ਦਿੱਲੀ ਦੇ ਵਿੱਚ ਹੋਇਆ, ਉਹ ਸਟੇਟ ਸਪੌਂਸਰਡ ਟੈਰਰਿਜ਼ਮ ਸੀ। ਜੋ ਸੁਮੇਧ ਸਿੰਘ ਸੈਣੀ ਨੇ ਨੌਜਵਾਨਾਂ ਨੂੰ ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ, ਬਲਵੰਤ ਸਿੰਘ ਮੁਲਤਾਨੀ ਵਰਗਿਆਂ ਨੂੰ, ਇਹ ਸਟੇਟ ਸਪੌਂਸਰਡ ਟੈਰਰਿਜ਼ਮ ਸੀ। KPS ਗਿੱਲ ਨੇ, JF ਰਬੇਰੋ ਨੇ, ਉਹਨਾਂ ਨੂੰ ਕਿਸੇ ਨੂੰ ਅਧਿਕਾਰ ਨਹੀਂ ਸੀ ਦਿੱਤਾ। ਇਸ ਲਈ ਇਹ ਸਾਰੇ ਦੋਹਰੇ ਮਾਪਦੰਡ। ਔਰ ਮੈਂ ਆਪਣੀ ਵੀਡੀਓ ਵਿੱਚ ਜ਼ਿਆਦਾ ਇਹ ਕਿਹਾ ਵਾ ਕਿ ਪੰਜਾਬ ਦੇ ਆਗੂ ਡਰਦੇ ਕਿਉਂ ਨਹੀਂ ਨੇ? ਅਸੀਂ ਇੰਨਾ ਕੁਝ ਕਰਨ ਤੋਂ ਬਾਅਦ ਫਿਰ ਵੀ ਅਸੀਂ ਡਰਦੇ ਦੇਸ਼ ਭਗਤੀ ਦਾ ਸਬੂਤ ਦੇਣੇ ਆ ਕਿ ਨਹੀਂ ਅਸੀਂ ਬਹੁਤ ਸੈਕੂਲਰ ਆ, ਸਾਡੀ ਪਾਰਟੀ ਬੜੀ ਸੈਕੂਲਰ ਆ, ਅਸੀਂ ਧਰਮ ਨਿਰਪੱਖ ਆ, ਅਸੀਂ ਨੈਸ਼ਨਲਿਸਟ ਆ। ਜੇ ਸਾਡਾ ਇੰਨਾ ਪਿਛੋਕੜ ਵੱਡਾ ਇਸ ਦੇਸ਼ ਦੇ ਵਿੱਚ ਯੋਗਦਾਨ ਪਾਉਣ ਵਾਲਾ ਜੇ ਉਹ ਨਹੀਂ ਦਿਸ ਰਿਹਾ, ਤੇ ਸਟੂਡੀਓ ਵਿੱਚ 4 ਸ਼ਬਦ ਕਹਿਣ ਨਾਲ ਨਹੀਂ ਕੁਛ ਹੋਣਾ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਬਹੁਤ ਡਰਪੋਕ ਬਿਆਨ ਦਿੱਤੇ ਨੇ। ਇੱਕ ਉਹਨਾਂ ਦੀ ਔਰਤ MLA ਨੇ ਤਾਂ ਇਹ ਕਹਿਤਾ ਕਿ ਮੈਂ ਜੇ ਪੈਦਾ ਹੋਈ ਤਾਂ ਮੈਨੂੰ ਕਿਹੜਾ ਪਤਾ ਮੈਂ ਫਲਾਣੇ ਪਰਿਵਾਰ 'ਚ ਪੈਦਾ ਹੋ ਰਹੀ ਹਾਂ। ਇੱਥੋਂ ਨਜ਼ਰ ਆਉਂਦਾ ਵਾ ਕਿ ਉਹ ਘਬਰਾਉਂਦੇ ਨੇ, ਔਰ ਉਹਨਾਂ ਨੂੰ ਜਿਹੜਾ ਵਿਤਕਰਾ ਪੰਜਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਈ ਆ, ਉਹ ਸਗੋਂ ਲੋਕਾਂ ਨੂੰ, ਮਾਸਸ ਨੂੰ ਐਜੂਕੇਟ ਕਰਨਾ ਚਾਹੀਦਾ, ਬਜਾਏ ਕਿ ਡਰ ਕੇ ਘਬਰਾ ਕੇ ਬਿਆਨ ਦੇਣਾ। ਇਹ ਸਾਰੇ ਗੱਲ ਜਿਹੜੀ ਸੀਗੀ ਮੈਂ ਅੱਜ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਤੇ ਰੱਖੀ। ਲੇਕਿਨ ਖਹਿਰਾ ਸਾਹਿਬ, ਕਿਆ ਤੁਸੀਂ ਮੰਨਦੇ ਹੋ ਕਿ ਜਿਹੜਾ ਵਿਤਕਰਾ ਹੋਇਆ ਉਸ ਲਈ ਖਾਲਿਸਤਾਨੀ ਆਖਰੀ ਵਿਕਲਪ ਹੈ? ਵਿਤਕਰੇ ਨੂੰ ਲੈ ਕੇ ਕੇਂਦਰ ਹੋਰ ਵੀ ਢੰਗ ਦੇ ਨਾਲ ਪੰਜਾਬ ਨੂੰ ਰਾਹਤ ਦੇ ਸਕਦਾ? ਮੈਂ ਤਾਂ ਕਹਿ ਰਿਹਾ ਵਾਂ ਕਿ ਮੈਂ ਕਦੀ ਸਪੋਰਟ ਹੀ ਨਹੀਂ ਕੀਤੀ। ਮੈਂ ਤਾਂ ਜੋ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਉਹਦੇ ਤੇ ਆਪਣੀ ਟਿੱਪਣੀ ਕੀਤੀ ਹੈ। ਮੈਂ ਸਮਝਦਾ ਕਿ ਅੱਜ ਵੀ ਅਗਰ ਕੇਂਦਰ ਦੀ ਸਰਕਾਰ ਸਹੀ ਮਾਇਨਿਆਂ ਵਿੱਚ ਪੰਜਾਬ ਦੇ ਨਾਲ ਇਨਸਾਫ ਪਸੰਦੀ ਕਰੇ, ਵੱਧ ਅਧਿਕਾਰਾਂ ਦੀ ਰਾਜਨੀਤੀ ਲੈ ਕੇ ਆਵੇ, ਫੈਡਰਲ ਢਾਂਚਾ ਲਾਗੂ ਕਰੇ, ਸਾਰੇ ਦੇਸ਼ ਨੂੰ ਫਾਇਦਾ ਹੋਊਗਾ ਉਹਦੇ ਨਾਲ। ਕਿਉਂਕਿ ਜਿਸ ਤਰ੍ਹਾਂ ਨਾਲ ਸਾਰੇ ਅਧਿਕਾਰਾਂ ਨੂੰ ਕੇਂਦਰ ਨੇ ਆਪਣੇ ਕੋਲ ਕੇਂਦਰਿਤ ਕਰ ਲਿਆ ਵਾ, ਉਹਦੇ ਨਾਲ ਸੂਬੇ ਤਾਂ ਹੁਣ ਐਵੇਂ ਮਿਊਨਿਸਪੈਲਿਟੀਆਂ ਬਣ ਕੇ ਰਹਿ ਗਈਆਂ ਨੇ, ਔਰ ਅਲਟੀਮੇਟਲੀ ਨੁਕਸਾਨ ਲੋਕਾਂ ਦਾ ਹੋ ਰਿਹਾ, ਚਾਹੇ ਉਹ ਐਜੂਕੇਸ਼ਨ ਹੈ, ਚਾਹੇ ਉਹ ਹੈਲਥ ਕੇਅਰ ਹੈ, ਚਾਹੇ ਉਹ ਇੰਪਲੋਇਮੈਂਟ ਹੈ। ਜਿਹੜੇ ਪੰਜਾਬ ਵਰਗੇ ਸੂਬੇ ਕੋਲ ਆਪਣੀ ਟੈਕਸ ਹੀ ਹੈ ਨਹੀਂ ਗਾ, GST ਦਾ ਬਕਾਇਆ ਹਲੇ ਵੀ ਸਾਡਾ 4000 ਕਰੋੜ ਰੁਪਏ ਕੇਂਦਰ ਸਰਕਾਰ ਨੇ ਦੇਣਾ, ਇਹਨੂੰ ਫਿਰ ਆਪਾਂ ਕੀ ਕਵਾਂਗੇ? ਔਰ ਮੈਨੂੰ ਦੁੱਖ ਅਫਸੋਸ ਇਹ ਆਉਂਦਾ ਵਾ ਕਿ ਜਿਹੜੀ ਸਾਡੇ ਸੂਬੇ ਦੇ ਵਿੱਚ ਨਾ ਜੀ ਜਿਹੜਾ ਹੁਣ ਰੌਲਾ ਪਿਆ ਨਾ ਕਿ ਪੰਜਾਬ ਦੇ ਵਿੱਚ ਇੱਕ ਵਿਕਲਪ ਚਾਹੀਦਾ, ਪੰਜਾਬ 'ਚ ਤੀਸਰੀ ਧਿਰ ਚਾਹੀਦੀ ਆ, ਇਹਦੀ ਪੰਜਾਬ ਵਿੱਚ ਕੋਈ ਲੋੜ ਨਹੀਂ ਸੀ। ਪੰਜਾਬ ਵਿੱਚ ਸਭ ਤੋਂ ਬਿਹਤਰੀਨ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀਗੀ। ਇਹ ਪੰਜਾਬ ਦੀ ਇੱਕ ਖੇਤਰੀ ਪਾਰਟੀ ਸੀਗੀ। ਇਹ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਮਤੇ ਤੋਂ ਲੈ ਕੇ, ਵੱਧ ਅਧਿਕਾਰਾਂ ਤੋਂ ਲੈ ਕੇ, ਪੰਜਾਬ ਦੇ ਪਾਣੀਆਂ ਤੋਂ ਲੈ ਕੇ, ਭਾਸ਼ਾ ਤੋਂ ਲੈ ਕੇ, ਚੰਡੀਗੜ੍ਹ ਤੋਂ ਲੈ ਕੇ, ਕਿਸਾਨੀ ਤੋਂ ਲੈ ਕੇ, ਸਭ ਦੀ ਗੱਲ ਕਰਦੀ ਸੀਗੀ। ਫਿਰ ਕਿਸੇ ਪਾਰਟੀ ਦੀ ਹੋਰ ਲੋੜ ਨਹੀਂ ਸੀ। ਇਹ ਤਾਂ ਅਫਸੋਸ ਨਾਲ ਕਿ ਇਹ ਜਿਹੜੇ ਹੁਣ ਦੇ ਅਖੌਤੀ ਅਕਾਲੀ ਨੇ, ਇਹ ਇੱਕ ਪਰਿਵਾਰ ਦੀ ਪਾਰਟੀ ਆ। ਇਹਨਾਂ ਨੇ ਜਦੋਂ ਆਪਣੇ ਉਹਨਾਂ ਸਾਰੇ ਮੁੱਦਿਆਂ ਨੂੰ ਤਲਾਂਜਲੀ ਦਿੱਤੀ, ਇਹ ਹੁਣ ਰੌਲਾ ਪੈ ਰਿਹਾ ਵਾ ਕਿ ਇੱਕ ਬਦਲ ਪੰਜਾਬ ਦੇ ਵਿੱਚ ਚਾਹੀਦਾ, ਤੀਸਰਾ ਬਦਲ। ਔਰ ਤੀਸਰੇ ਬਦਲ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਨੈਸ਼ਨਲ ਪਾਰਟੀਆਂ ਕਦੀ ਵੀ ਪੰਜਾਬ ਦੇ ਵਿੱਚ ਤੀਸਰਾ ਬਦਲ ਇਮਾਨਦਾਰੀ ਨਾਲ ਨਹੀਂ ਬਣ ਸਕਦੀਆਂ, ਕਿਉਂਕਿ ਜਿਹੜੀ ਗੱਲ ਪੰਜਾਬ ਦੀ ਕੋਈ ਖੇਤੀ ਪਾਰਟੀ ਕਰ ਸਕਦੀ ਹੈ, ਉਹ ਪੰਜਾਬ ਵਿੱਚ ਆਈਆਂ ਨੈਸ਼ਨਲ ਪਾਰਟੀਆਂ, ਚਾਹੇ ਉਹ ਕਾਂਗਰਸ ਆ, ਚਾਹੇ ਉਹ BJP ਆ, ਚਾਹੇ ਉਹ ਆਮ party, they cannot fulfill the aspirations and demands of the people of the state. ਇਸੇ ਸੰਦਰਭ 'ਚ ਮੈਂ ਕਹਿੰਦਾ ਕਿ ਅੱਜ ਵੀ ਪੰਜਾਬ ਨੂੰ ਇੱਕ ਰੀਜਨਲ ਫੋਰਸ, ਖੇਤਰੀ ਪਾਰਟੀ ਚਾਹੀਦੀ ਹੈ, ਜਿਹੜੀ ਪੰਜਾਬ ਦੇ ਇਹਨਾਂ ਮੁੱਦਿਆਂ ਤੇ ਖੁੱਲ੍ਹ ਕੇ ਬੋਲ ਸਕੇ। ਸਾਡੇ ਬੋਲਣ ਤੇ ਵੀ ਨੇ ਜ਼ਿਆਦਾ ਹੁੰਦਾ ਕਿ ਅਸੀਂ ਸਾਡੇ ਨਾਲ ਪਿਛਲੇ 70 ਸਾਲ ਵਿੱਚ ਸਾਡੇ ਨਾਲ ਕੋਈ ਵਿਤਕਰਾ ਨਹੀਂ ਬਣਾ ਸਕਦੇ, ਉਹਨਾਂ ਵਾਸਤੇ ਇਨਸਾਫ ਮੰਗਣਾ ਸਾਡਾ ਫਰਜ਼ ਬਣਦਾ। ਪੰਜਾਬੀ ਜਦੋਂ ਵੀ ਜ਼ਿਕਰ ਕਹਿੰਦਾ ਕਿ ਦੇਸ਼ ਨੂੰ ਤੋੜਨ ਵਾਲੀ ਗੱਲਾਂ ਕੀਤੀਆਂ ਜਾ ਰਹੀਆਂ ਨੇ, ਇੱਥੇ ਮੋਦੀ ਸਰਕਾਰ ਹੁਣ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਆਪਾਂ ਜੰਮੂ ਕਸ਼ਮੀਰ ਬਿਲਕੁਲ
ਆਜ਼ਾਦੀ ਹੋਵੇਗੀ। ਤੁਸੀਂ ਹੁਣੇ ਜ਼ਿਕਰ ਕੀਤਾ ਜੰਮੂ ਕਸ਼ਮੀਰ ਦਾ, ਤੁਸੀਂ ਦੇਖ ਲੈਣਾ ਲੌਂਗ ਰਨ ਵਿੱਚ ਜਿਹੜਾ ਆਰਟੀਕਲ 370 ਐਬਰੋਗੇਟ ਕੀਤਾ, ਇਹਦਾ ਕੋਈ ਫਾਇਦਾ ਨਹੀਂ ਹੋਣਾ। ਤੁਸੀਂ ਆਪੇ ਕਿਹਾ ਕਿ ਉਹਨੂੰ ਅਖੰਡ ਭਾਰਤ ਦਾ ਹਿੱਸਾ ਬਣਾ ਲਿਆ, ਔਰ ਬਣਾ ਕੇ ਇਹ ਕਿਹਾ ਗਿਆ ਸੀਗਾ ਕਿ ਲਓ ਜੀ ਹੁਣ ਭਾਰਤ ਵਿੱਚੋਂ ਜਾ ਕੇ ਕਸ਼ਮੀਰ ਦੇ ਜਾਂ ਜੰਮੂ ਕਸ਼ਮੀਰ ਵਿੱਚ ਕੋਈ ਵੀ ਜਾ ਕੇ ਜਾਇਦਾਦ ਲੈ ਕੇ ਉੱਥੋਂ ਦਾ ਨਾਗਰਿਕ ਬਣ ਸਕਦਾ। ਮੈਨੂੰ ਅੱਛੀ ਤਰ੍ਹਾਂ ਕੱਢ ਕੇ ਦੱਸ ਦਿਓ ਪਿਛਲੇ 1 ਸਾਲ ਵਿੱਚ ਕਿੰਨੇ ਨਾਗਰਿਕ ਬਣੇ ਨੇ, ਕਿੰਨਿਆਂ ਨੇ ਜਾ ਕੇ ਉੱਥੇ ਜ਼ਮੀਨ ਲਈ ਆ। ਇਸ ਲਈ ਇਹ ਕੁਝ ਗੱਲਾਂ ਬਜਾਏ ਉਹਨਾਂ ਦਾ ਹੱਲ ਕੱਢਣ ਲਈ ਇੱਕ ਕਿਸਮ ਦਾ ਉਹਨਾਂ ਦੇ ਜ਼ਖਮਾਂ ਤੇ ਲੂਣ ਮਲਣ ਦੇ ਮੁਕਾਬਲੇ ਤੇ ਹੁੰਦਾ, ਉਹਦਾ ਕੋਈ ਅਲਟੀਮੇਟ ਲੌਂਗ ਰਨ ਵਿੱਚ ਕੋਈ ਫਾਇਦਾ ਨਹੀਂ ਹੁੰਦਾ। ਇਸ ਕਰਕੇ ਏਕਤਾ ਤੇ ਅਖੰਡਤਾ ਇਸ ਤਰ੍ਹਾਂ ਦੀ ਹੋਵੇ ਜਿਹਦੇ 'ਚ ਸਭ ਦਾ ਮਾਣ ਸਤਿਕਾਰ ਹੋਵੇ। ਇਕੱਲੇ ਇੱਕ ਵਰਗ ਦਾ ਮਾਣ ਸਤਿਕਾਰ ਹੋਇਆ ਤਾਂ ਫਿਰ ਏਕਤਾ ਤੇ ਅਖੰਡਤਾ ਕਾਹਦੀ ਹੋਗੀ? ਫਿਰ ਤਾਂ ਉਹ ਇੱਕ ਤਰਫਾ ਹੋ ਗਈ ਹੈ ਸਾਰੀ। ਇੰਨੀ ਗੱਲ ਹੀ ਆ। ਅਸੀਂ ਕਿਸੇ ਤਰ੍ਹਾਂ ਦੀ ਮੈਂ ਫਿਰ ਕਹਿਣਾ ਵਾਂ ਕਿ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਅੱਜ ਹੁਣ ਕਰੋਨਾ ਹੋਈ ਆ, ਕੀ ਪੰਜਾਬੀਆਂ ਤੇ ਸਿੱਖਾਂ ਨੇ ਕਸਰ ਛੱਡੀ ਕੋਈ? ਲੱਖਾਂ ਬੰਦਿਆਂ ਨੂੰ ਨਾ ਸਿਰਫ ਇੰਡੀਆ ਦੇ ਵਿੱਚ ਬਲਕਿ ਨਿਊਯਾਰਕ ਵਰਗੀ ਕੰਟਰੀਜ਼ ਵਿੱਚ ਲੰਗਰ ਛਕਾਇਆ। ਕਿਤੇ ਕੋਈ ਪ੍ਰੋਬਲਮ ਆਉਂਦੀ ਇੰਟਰਨੈਸ਼ਨਲੀ, ਸੀਰੀਆ ਦੇ ਵਿੱਚ ਰਿਫਿਊਜੀਆਂ ਦੀ ਪ੍ਰੋਬਲਮ ਆਈ ਤਾਂ ਸਿੱਖ ਪਹੁੰਚ ਗਏ ਉੱਥੇ ਜੀ। ਆ ਪਿੱਛੇ ਰੋਹਿੰਗਾਜ਼ ਨੇ, ਇੱਕ ਮਾਈਨੋਰਿਟੀ ਆ ਬਰਮਾ ਦੇ ਵਿੱਚ, ਉਹਨਾਂ ਦੀ ਮਦਦ ਤੇ ਸਿੱਖ ਪਹੁੰਚ ਗਏ ਜੀ। ਕੇਰਲਾ ਵਿੱਚ ਹੜ੍ਹ ਆਉਂਦਾ ਤੇ ਉੱਥੇ ਪਹੁੰਚ ਜਾਂਦੇ ਨੇ। ਸਾਨੂੰ ਤਾਂ ਸਰਬੱਤ ਦੇ ਭਲੇ ਦਾ ਮੈਸੇਜ ਜਿਹੜਾ ਗੁਰੂ ਸਾਹਿਬ ਦੇ ਕੇ ਗਏ ਨੇ, ਅਸੀਂ ਸਭ ਦਾ ਸਤਿਕਾਰ ਕਰਦੇ, ਅਸੀਂ ਸਭ ਦਾ ਮਾਣ ਕਰਦੇ, ਪਰ ਇਹਦੇ ਨਾਲ ਨਾਲ ਅਸੀਂ ਆਪਣੀ ਸਟੇਟ, ਆਪਣੀ ਸੂਬਾ, ਆਪਣੀ ਪਹਿਚਾਨ, ਆਪਣੀ ਜ਼ੁਬਾਨ, ਇਹਦਾ ਵੀ ਸਤਿਕਾਰ ਚਾਹੁੰਦੇ ਹਾਂ। ਖਹਿਰਾ ਸਾਹਿਬ, ਉਹੀ ਗੱਲ ਹੈ ਨਾ ਕਿ ਸਵਾਲ ਜਦੋਂ ਵੀ ਆਉਂਦਾ ਹੈ ਖਾਲਿਸਤਾਨ ਦਾ, ਇਹ ਕੋਈ ਦਾ ਜ਼ਿਕਰ ਆਉਂਦਾ, ਪੰਜਾਬੀਆਂ ਦੇ ਹੌਸਲਿਆਂ ਦਾ ਜ਼ਿਕਰ ਆਉਂਦਾ, ਬਾਰਡਰ ਦੇ ਉੱਪਰ ਸ਼ਹੀਦ ਹੋਣ ਵਾਲੇ ਸਭ ਤੋਂ ਜ਼ਿਆਦਾ ਪੰਜਾਬੀ ਨੇ। ਇਸ ਤੋਂ ਇਲਾਵਾ ਕਿੱਥੇ ਕੋਈ ਵਿਪਦਾ ਆਉਂਦੀ ਹੈ ਉਹ ਤੋਂ ਸਭ ਤੋਂ ਪਹਿਲਾਂ ਖੜਨ ਵਾਲੇ ਲੋਕਾਂ ਦੇ ਨਾਲ ਪੰਜਾਬੀ ਨੇ। ਲੇਕਿਨ ਜਦੋਂ ਵੀ ਖਾਲਿਸਤਾਨ ਦਾ ਜ਼ਿਕਰ ਆਉਂਦਾ ਤੇ ਜਿਹੜਾ ਪੰਜਾਬ ਦੇ ਵਿੱਚ 1984 ਦੇ ਵਿੱਚ ਹੋਇਆ, ਜਿਹੜਾ ਅੱਤਵਾਦ ਦਾ ਦੌਰ ਹੋਇਆ, ਉਹਦੇ ਵਿੱਚ ਵੀ ਕਿਹਾ ਗਿਆ ਕਿ ਖਾਲਿਸਤਾਨ ਜਿਹੜਾ ਹੈ ਉਹੀ ਇਸ ਦੇ ਪਿੱਛੇ ਸੀ। ਜਿਹੜਾ ਖਾਲਿਸਤਾਨ ਬਣਾਉਣ ਵਾਲੇ ਲੋਕ ਸੀ ਉਹਨਾਂ ਨੇ ਹੀ ਅੱਤਵਾਦ ਦਾ ਦੌਰ ਪੰਜਾਬ ਦੇ ਵਿੱਚ ਲਿਆਏ, ਔਰ ਰੈਫਰੈਂਡਮ 2020 ਦੀ ਗੱਲਾਂ ਕੀਤੀਆਂ ਗਈਆਂ, ਹੋਰ ਕਈ ਚੀਜ਼ਾਂ ਨਿਕਲ ਕੇ ਸਾਹਮਣੇ। ਜਦੋਂ ਤੁਸੀਂ ਵੀ LOPC ਰੈਫਰੈਂਡਮ 2020 ਦਾ ਜ਼ਿਕਰ ਹੋਇਆ, ਹਜੇ ਵੀ ਬਾਰਡਰ ਪਾਰ ਤੋਂ ਲਗਾਤਾਰ ਟੈਰਰਿਸਟ ਐਕਟੀਵਿਟੀਜ਼ ਹੋ ਰਹੀਆਂ ਨੇ, ਸਾਡੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ। ਤੁਹਾਨੂੰ ਲੱਗਦਾ ਹੈ ਇਸ ਸਭ ਦੇ ਵਿੱਚ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ, ਜਿਹੜੀ ਇਸ ਤਰ੍ਹਾਂ ਦਾ ਮਿਸਚੀਵੀਅਸ ਪ੍ਰੋਪੇਗੈਂਡਾ ਅਕ੍ਰੋਸ ਦ ਬਾਰਡਰਸ ਆਪਣੇ ਖਿਲਾਫ ਹੋ ਰਿਹਾ, ਮੈਂ ਉਹਦਾ ਸਪੋਰਟਰ ਨਹੀਂ ਗਾ। ਮੈਂ ਕਿਸੇ ਵਾਇਲੈਂਟ ਮੀਨ ਦਾ ਸਪੋਰਟਰ ਨਹੀਂ ਗਾ। ਪਰ ਮੈਂ ਤਾਂ ਸਿਰਫ ਇਹ ਕਹਿ ਰਿਹਾ ਕਿ ਜਿਹੜੀ ਕੌਮ, ਜਿਹੜਾ ਸੂਬਾ ਇਸ ਦੇਸ਼ ਵਿੱਚ ਡਟ ਕੇ ਮੂਹਰੇ ਖੜਾ ਹੁੰਦਾ, ਉਹਦੀਆਂ ਜੋ ਬੇਇਨਸਾਫੀਆਂ ਹੋਈਆਂ, ਉਹਦੇ ਕਰਕੇ ਜਿਹੜੀ ਆਵਾਜ਼ ਉੱਠਦੀ ਆ, ਗੌਰਮੈਂਟ ਨੂੰ ਉਹਦੇ ਤੇ ਧਿਆਨ ਕਰਕੇ ਉਹਦਾ ਰੈਜ਼ੋਲੂਸ਼ਨ ਕਰਨਾ ਚਾਹੀਦਾ। ਇਹ ਨੌਬਤ ਨਹੀਂ ਆਉਣੀ ਚਾਹੀਦੀ। ਔਰ ਮੈਂ ਫਿਰ ਕਹਿਣਾ ਚਾਹੁੰਦਾ ਕਿ ਅਕਾਲੀ ਦਲ ਜਿਹੜਾ ਉਹ ਆਪਣੇ ਜ਼ਿੰਮੇਵਾਰੀ ਤੋਂ ਭੱਜ ਰਿਹਾ ਵਾ। ਜਿਹੜੀ ਗੱਲ ਉਹਨਾਂ ਨੇ ਵੱਧ ਅਧਿਕਾਰਾਂ ਦੀ ਉਠਾਈ ਸੀ, ਜਿਹੜੇ ਮੋਰਚੇ ਲਾਏ ਸੀ, ਜਿਹਦੇ 'ਚ ਆਟੋਨਮੀ ਮੰਗੀ ਸੀ, ਜਿਹਦੇ 'ਚ ਫੈਡਰਲ ਢਾਂਚਾ ਮੰਗਿਆ ਸੀਗਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਆਗੂ ਹੁਣ ਇੰਨੇ ਕੁ ਡਰ ਚੁੱਕੇ ਨੇ ਕਿ ਉਹ ਗੱਲ ਕੋਈ ਸੱਚਾਈ ਬਿਆਨ ਕਰਨ ਤੋਂ ਵੀ ਭੱਜਦੇ ਨੇ। ਇੰਨੀ ਗੱਲ ਹੈ। ਔਰ ਮੈਂ ਸਮਝਦਾ ਤਾਂ ਹੀ ਮੈਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਦੇ ਉਸ ਦਲੀਲ ਦੀ ਮੈਂ ਤਾਈਦ ਕੀਤੀ ਹੈ। ਚਲੋ, ਤੁਸੀਂ ਉਹਨਾਂ ਦਾ ਕਿਤੇ ਨਾ ਕਿਤੇ ਸਮਰਥਨ ਕੀਤਾ, ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਬਿਆਨ ਦਾ ਸਮਰਥਨ ਕੀਤਾ, ਦੀ ਤਾਈਦ ਕੀਤੀ ਹੈ। ਚਲੋ, ਲੈਂਗੁਏਜ ਦੇ ਵਿੱਚ ਫਰਕ ਹੋ ਸਕਦਾ, ਲੇਕਿਨ ਦੂਜੇ ਪਾਸੇ ਤੁਸੀਂ ਇੱਕ ਗੱਲ ਕੀਤੀ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ। ਕਿਹੜੀ ਖੇਤਰੀ ਪਾਰਟੀ ਹੋ ਸਕਦੀ ਹੈ? ਕੌਣ ਉਹ ਪਾਰਟੀ ਲੈ ਕੇ ਆਏਗਾ? ਗੱਲਾਂ ਕਈ ਵਾਰ ਕੀਤੀਆਂ ਗਈਆਂ, ਕਈ ਵਾਰ ਪਾਰਟੀ ਬਣਾਉਣ ਦੀ ਵੀ ਗੱਲਾਂ ਹੋਈਆਂ, ਹਕੂਕ ਦੀ ਵੀ ਗੱਲਾਂ ਹੋਈਆਂ, ਲੇਕਿਨ ਬਾਅਦ ਦੇ ਵਿੱਚ ਹੋਇਆ ਕੀ? ਦੇਖੋ, ਗੱਲ ਇਹ ਆ ਕਿ ਅਸੀਂ ਐਫਰਟਸ ਕਰ ਸਕਦੇ ਨਾ, ਐਫਰਟਸ ਜਾਰੀ ਨੇ। ਔਰ ਫਿਰ ਮੈਂ ਯਾਦ ਕਰਾ ਦਿਆਂ, ਕਦੀ ਕੋਈ ਖੇਤਰੀ ਪਾਰਟੀ ਦੀ ਲੋੜ ਨਹੀਂ ਸੀ ਪੈਣੀ ਜੇ ਸ਼੍ਰੋਮਣੀ ਅਕਾਲੀ ਦਲ ਆਪਣੇ ਏਜੰਡੇ ਤੇ ਪਹਿਰਾ ਦਿੰਦਾ। ਜਦੋਂ ਉਹ ਬਹਿ ਗਏ ਔਰ ਉਹਨਾਂ ਨੇ ਆਪਣੇ ਵਪਾਰ ਨੂੰ ਤਰਜੀਹ ਦੇ ਦਿੱਤੀ, ਆਪਣੇ ਪਰਿਵਾਰਾਂ ਨੂੰ ਤਰਜੀਹ ਦੇ ਦਿੱਤੀ, ਤਾਂ ਫਿਰ ਰੌਲਾ ਪੈਣ ਲੱਗ ਗਿਆ ਕਿ ਕੋਈ ਇਸ ਤਰ੍ਹਾਂ ਦੀ ਧਿਰ ਲੱਭੋ। ਆਮ ਆਦਮੀ ਪਾਰਟੀ ਲੋਕਾਂ ਨੇ ਲਿਆਂਦੀ ਪੰਜਾਬ ਦੇ ਵਿੱਚ, ਲੇਕਿਨ ਅਨਫੋਰਚੂਨੇਟਲੀ ਆਮ ਆਦਮੀ ਪਾਰਟੀ ਇਜ਼ ਅਗੇਨ ਗਵਰਨਡ ਬਾਈ ਦਿੱਲੀ। ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ। ਉਹ ਕਰਪਸ਼ਨ ਤੇ ਜੂਝ ਰਹੇ ਨੇ, ਐਜੂਕੇਸ਼ਨ ਤੇ ਜੂਝ ਰਹੇ ਨੇ, ਹੈਲਥ ਕੇਅਰ ਤੇ ਜੂਝਣਾ ਚਾਹੀਦਾ। ਇਹ ਸਾਰੇ ਮੁੱਦੇ ਹਨ। ਪਰ ਕੀ ਜੋ ਪੰਜਾਬ ਦੇ ਨਾਲ ਬੇਇਨਸਾਫੀ ਹੋਈ ਆ, ਕੀ ਸਾਡਾ ਉਹ ਮੁੱਦਾ ਨਹੀਂ ਗਾ? ਇਕੱਲਾ ਐਜੂਕੇਸ਼ਨ, ਕੋਈ ਡਿਸਪੈਂਸਰੀ ਬਣਾਉਣੀ ਕੀ ਸਾਡਾ ਹੱਲ ਹੈ? ਜਿਹੜੇ ਸਾਡੇ ਪੰਜਾਬ ਦੇ ਪਾਣੀ ਲੁੱਟੇ ਗਏ, ਜਿਹੜੇ ਪੰਜਾਬ ਦੇ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਦੇ ਕੇ ਬੇਸ਼ਕੀਮਤੀ, ਕੀ ਉਹਦੇ ਤੇ ਸਟਰਗਲ ਕਰਨਾ ਸਾਡਾ ਅਧਿਕਾਰ ਨਹੀਂਗਾ? ਜਿਹੜੇ ਪਾਣੀ ਸਾਡੇ ਖੋਏ ਗਏ ਉਹਦੇ ਕਰਕੇ ਅੱਜ ਕਿਸਾਨੀ 1 ਲੱਖ ਕਰੋੜ ਦੀ ਕਰਜ਼ਈ ਆ, ਕਿਸਾਨ ਆਤਮ ਹੱਤਿਆ ਕਰ ਰਿਹਾ, ਮਜ਼ਦੂਰ ਮਰ ਰਿਹਾ ਵਾ। ਸੋ ਦੀਜ਼ ਆਰ ਦਾ ਇਸ਼ੂਜ਼। ਇਹ ਸਿਰਫ ਖੇਤਰੀ ਪਾਰਟੀ, ਰੀਜਨਲ ਪਾਰਟੀ ਹੀ ਇਹਨਾਂ ਤੇ ਸਹੀ ਮੈਨੇ 'ਚ ਪਹਿਰਾ ਦਿੱਤੇ। ਹੁਣ ਤੁਸੀਂ ਕਿਹਾ ਬਣੂਗੀ ਕਿੱਦਾਂ? ਇਹ ਸਮਾਂ ਆਉਣ ਦੇ ਉੱਤੇ ਅਵਸ਼ ਬਣ ਜਾਏਗੀ, ਔਰ ਕੁਛ ਨਾ ਕੁਛ ਕੋਸ਼ਿਸ਼ਾਂ ਇਹਦੇ ਤੇ ਜਾਰੀ ਵੀ ਨੇ। ਕਦੋਂ ਆਏਗਾ ਸਮਾਂ? ਕਿਹੜੀ ਕੋਸ਼ਿਸ਼ਾਂ ਜਾਰੀ ਨੇ? ਉਮੀਦ ਕਰਦੇ ਹਾਂ ਕਿ 2022 ਤੋਂ ਪਹਿਲਾਂ ਤੁਹਾਨੂੰ ਇੱਕ
ਫਾਰਮੀਡੇਬਲ ਰੀਜਨਲ ਪਾਰਟੀ ਪੰਜਾਬ ਵਿੱਚ ਆਉਣੀ ਚਾਹੀਦੀ। ਇਹ ਪੰਜਾਬ ਦੇ ਹਿੱਤ ਦੀ ਗੱਲ ਹੋਵੇਗੀ। ਸ਼ਾਮਲ ਕੌਣ ਹੋਣਗੇ ਇਸ 'ਚ? ਇਹਦੇ 'ਚ ਸਾਡਾ ਸੱਦਾ ਨਵਜੋਤ ਸਿੰਘ ਸਿੱਧੂ ਨੂੰ ਵੀ ਆ ਕਿ ਆਓ ਹੁਣ ਤੁਸੀਂ ਦੇਖੋ, ਨਵਜੋਤ ਸਿੰਘ ਸਿੱਧੂ ਇੱਕ ਇਸ ਤਰ੍ਹਾਂ ਦਾ ਲੀਡਰ ਆ ਜਿਹੜਾ ਬਹੁਤ ਅਧੀਨਗੀ ਨਹੀਂ ਕਰ ਸਕਦਾ, ਚਾਪਲੂਸੀ ਨਹੀਂ ਕਰ ਸਕਦਾ। ਜੇ ਉਹ ਅਮਰਿੰਦਰ ਦੀ ਅਧੀਨਗੀ ਨਹੀਂ ਕਰ ਸਕੇ ਤੇ ਮੇਰਾ ਨਹੀਂ ਖਿਆਲ ਉਹ ਕਿਸੇ ਹੋਰ ਲੀਡਰ ਦੀ ਅਧੀਨਗੀ ਕਰ ਸਕਦੇ। ਔਰ ਜਿਸ ਢੰਗ ਦੇ ਨਾਲ ਉਹਨਾਂ ਦੇ ਜਜ਼ਬਾਤ ਨੇ, ਉਹਨਾਂ ਨੂੰ ਆਉਣਾ ਚਾਹੀਦਾ ਵਾ। ਔਰ ਅੱਜ ਪੰਜਾਬ ਦੇ ਲੋਕ ਦੇਖਦੇ ਨੇ ਕਿ ਨਵਜੋਤ ਸਿੰਘ ਸਿੱਧੂ ਆਵੇ, ਕੁਝ ਕਰੇ, ਫਿਰ ਉਹਦੇ ਨਾਲ ਹਮ ਖਿਆਲ ਬਹੁਤ ਨੇ। ਉਹਦੇ ਵਿੱਚ ਅਸੀਂ ਲੈਟਸ ਸੇ ਪਰਮਿੰਦਰ ਸਿੰਘ ਢੀਂਡਸਾ ਵੀ ਆ, ਉਹਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਵੀ ਆ, ਉਹਦੇ ਧਰਮਵੀਰ ਗਾਂਧੀ ਵੀ ਆ, ਉਹਦੇ 'ਚ ਖਹਿਰਾ ਵੀ ਆ ਜੋ ਪਿੱਛੇ ਲੱਗ ਕੇ ਖੜ ਜੂਗਾ। ਉਹਦੇ 'ਚ ਅਸੀਂ ਹੋਰ ਵੀ ਪੰਜਾਬ ਦੇ ਜਿਹੜੇ ਹਤੈਸ਼ੀ ਨੇ, ਟਕਸਾਲੀ ਨੇ, ਜਿਹੜੇ ਵੀ ਲੋਕ ਕਹਿਣ ਕਿ ਹਾਂ ਅਸੀਂ ਪੰਜਾਬ ਨੂੰ ਪੰਜਾਬ ਦੀ ਇੱਕ ਧਰਤੀ ਤੋਂ ਚਲਾਉਣ ਦੇ ਹਮੇਤੀ ਆ, ਸਾਰੇ ਹੀ ਵੈਲਕਮ ਨੇ। ਕਿਆ ਕੋਈ ਬੈਠਕ ਹੋਈ ਹੈ ਇਨ ਸਾਰੇ ਆਗੂਆਂ ਦੀ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ? ਇਹ ਗੱਲਾਂ ਕੈਮਰੇ ਤੇ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ, ਪਰ ਐਫਰਟਸ ਜਾਰੀ ਨੇ। ਬਿਲਕੁਲ ਐਫਰਟਸ ਜਾਰੀ ਨੇ। ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ 2022 ਦੇ ਵਿੱਚ ਇਹੋ ਜਿਹੀ ਪਾਰਟੀ ਬਣ ਸਕਦੀ ਹੈ ਜੇ ਸਾਰੇ ਆਗੂ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਉਹ ਰਾਜ਼ੀ ਹੁੰਦੇ। ਨਾਲੋਂ ਨਾਲ ਸਿੱਧੇ ਤੌਰ ਤੇ ਗਿਆਨੀ ਜਥੇਦਾਰ ਜਿਹੜੇ ਹਰਪ੍ਰੀਤ ਸਿੰਘ ਆ, ਉਹਨਾਂ ਦਾ ਜਿਹੜਾ ਬਿਆਨ ਆਇਆ ਉਸ ਨੂੰ ਵੀ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਉਸ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਨੇ ਸੁਖਪਾਲ ਸਿੰਘ ਖਹਿਰਾ ਆਪਣਾ ਤਰਕ ਦਿੱਤਾ। ਹਾਲਾਂਕਿ ਵੇਖਣ ਵਾਲੀ ਗੱਲ ਰਹੇਗੀ ਕਿ ਇਹਨਾਂ ਦਾ ਜਿਹੜਾ ਬਿਆਨ ਆਇਆ ਉਸ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਢੰਗ ਦੇ ਨਾਲ ਜਿਹੜੇ ਸਿਆਸੀ ਆਗੂ ਨੇ ਉਹ ਇਹਨਾਂ ਦੇ ਬਿਆਨ ਤੇ ਪਲਟਵਾਰ ਕਰਦੇ ਨਜ਼ਰ ਆਉਂਦੇ ਨੇ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਵਿਨੀਤ ਕਪੂਰ, ANB ਨਿਊਜ਼, ਚੰਡੀਗੜ੍ਹ।